ਬਚਿੰਤ ਕੌਰ ਦੀ ਸਵੈ ਜੀਵਨੀ ਪਗਡੰਡੀਆਂ ਦਾ ਅਗਲਾ ਹਿੱਸਾ ਹੈ ਸ਼ੀਸ਼ ਮਹਿਲ। ਆਉਂਦੇ ਵਿਸਾਖ ਨੂੰ ਬਾਈ ਜੀ ਦੀ ਸਾਲਾਨਾ ਛੁੱਟੀ ਦੇ ਦਿਨਾਂ 'ਚ ਵਿਆਹ ਦੀ ਤਰੀਕ ਪੱਕੀ ਹੋਣ ਲੱਗੀ। ਮੇਰੇ ਤਾਏ ਨੇ ਮੇਰੇ ਲਈ ਮੁੰਡਾ ਪਸੰਦ ਕੀਤਾ ਸੀ। ਉਹੀ ਮੇਰੇ ਵਿਚੋਲੇ ਸਨ। ਸ਼ਗਨ ਦਾ ₹1.25 ਇੱਕ ਖੋਪੇ ਦਾ ਗੁੱਟ ਤੇ 5-7 ਛੁਹਾਰਿਆਂ ਦਾ ਸ਼ਗਨ ਮੁੰਡੇ ਦੇ ਪੱਲੇ ਮੇਰੇ ਚਾਚੇ ਨੇ ਪਾਇਆ ਸੀ। ਮੁੰਡਾ ਕੁੜੀ ਨਾਲ ਭਾਵੇਂ ਬਹੁਤਾ ਨਹੀਂ ਢੁਕਦਾ, ਪਰ ਉਹਦੇ ਪਿਓ ਦਾ ਚੰਗਾ ਕੰਮ ਹੈ। ਪੰਚਕੂਈਆਂ ਰੋਡ ਉੱਤੇ 3 ਨੰਬਰ ਦੁਕਾਨ 'ਚ ਚੰਗਾ ਦਰਜੀ ਖਾਨਾ ਹੈ ਉਹਨਾਂ ਦਾ। ਮੁੰਡੇ ਦਾ ਪਿਓ ਪੂਰਨ ਸਿੰਘ ਬਹੁਤ ਭਲਾ ਆਦਮੀ ਹੈ। ਮੁੰਡਾ ਉਹਦੇ ਮੂਹਰੇ ਅਜੇ ਕੰਮ ਸਿੱਖਦਾ ਹੈ। ਚੰਗਾ ਕਾਰੀਗਰ ਬਣੇਗਾ ਇੱਕ ਦਿਨ, ਪਰ ਸਹੁਰਾ ਥੋੜਾ ਭੈੜੀਆਂ ਆਦਤਾਂ 'ਚ ਫਸਿਆ ਹੋਇਆ। ਭੈੜੇ ਮੁੰਡਿਆਂ ਦੀ ਸੰਗਤ 'ਚ ਉੱਠਣ ਬੈਠਣ ਲੱਗ ਪਿਆ। ਤਾਈਓ ਉਹਦਾ ਬਾਪ ਉਹਦੇ ਐਡੀ ਛੇਤੀ ਸ਼ਾਦੀ ਕਰਨਾ ਚਾਹੁੰਦਾ ਹੈ ਤਾਂ ਕਿ ਉਹਦੇ ਪੈਰ ਬੰਨੇ ਜਾਣ। ਚਲੋ ਹੋ ਜੂ ਸੂਤ, ਵਿਆਹ ਕਰਾ ਕੇ ਸਾਰੇ ਹੀ ਸੁਧਰ ਜਾਂਦੇ ਆ। ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਆਪੇ ਲੈ ਆਉਂਦੀਆਂ ਟਿਕਾਣੇ ਸਿਰ, ਨਾਲੇ ਉਮਰਾਂ ਦਾ ਤਕਾਜ਼ਾ ਵੀ ਹੁੰਦਾ ਹੀ ਹੈ। ਇਹ ਮੇਰੇ ਤਾਈ ਚੇਤ ਸਿੰਘ ਦੇ ਬੋਲ ਸਨ। ਬਾਈ ਜੀ ਜਦੋਂ 2 ਮਹੀਨੇ ਦੀ ਛੁੱਟੀ ਆਏ ਤਾਂ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਗਈ। 5 ਮਈ ਦੇਸੀ 23 ਵਿਸਾਖ ਸੀ। ਰੁੱਤ ਵੀ ਠੀਕ ਹੈ, ਨਾ ਬਹੁਤੀ ਗਰਮੀ ਨਾ ਸਰਦੀ, ਸੋਹਣਾ ਮੌਸਮ ਹੈ। ਸਬਜ਼ੀਆਂ ਭਾਜੀਆਂ ਵੀ ਖਰਾਬ ਨਹੀਂ ਹੋਣਗੀਆਂ। ਮੇਰੀ ਅੰਮਾ ਇਸ ਤਰੀਕ ਨਾਲ ਸਹਿਮਤ ਸੀ। ਉਂਝ ਤਰੀਕ ਤਾਂ ਦੋਵੇਂ ਤਾਏ ਚੇਤ ਸਿਉਂ ਤੇ ਗੁੱਜਰ ਸਿਉਂ ਦਿੱਲੀੋਂ ਪੱਕੀ ਕਰਕੇ ਹੀ ਆਏ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੇਰੇ ਬਾਈ ਜੀ ਵਿਸਾਖ 'ਚ ਆਏ ਸਾਲ ਫੌਜ 'ਚ ਛੁੱਟੀ ਆਉਂਦੇ ਆ। ਘਰ 'ਚ ਦਾਣਾ ਫੱਕਾ ਖਰੀਦਿਆ ਜਾਣ ਲੱਗਾ। ਜੀਰੀ ਦੀਆਂ ਬੋਰੀਆਂ ਦਾਣਾ ਮੰਡੀ 'ਚੋਂ ਆ ਗਈਆਂ। ਲੱਡੂਆਂ ਦੇ ਵੇਸਣ ਲਈ ਛੋਲਿਆਂ ਦੀ ਦਾਲ ਦਲੀ ਜਾਣ ਲੱਗੀ। ਲੂਣ ਪੀਸਿਆ ਜਾਣ ਲੱਗਾ। ਹਲਵਾਈ ਵਾਲ ਫੇਰੇ ਉੱਤੇ ਫੇਰਾ ਲੱਗਣ ਲੱਗਿਆ। ਆਨੰਦ ਕਾਰਜ ਕਰਨ ਲਈ ਕੀਰਤਨੀ ਜਥਾ ਸਿੰਘ ਸਭਾ ਗੁਰਦੁਆਰੇ ਵੱਲੋਂ ਕੀਤਾ ਗਿਆ। ਮੁੰਡੇ ਵਾਲਿਆਂ ਨੇ ਵਾਜਾ ਕਰਨ ਦਾ ਜਿੰਮਾ ਪਟਿਆਲੇ ਵਾਲਿਆਂ ਉੱਤੇ ਛੱਡਿਆ ਸੀ, ਸੋ ਪੁਲਿਸ ਤੇ ਫੌਜੀ ਦੋਵੇਂ ਵਾਜੇ ਕੀਤੇ ਗਏ। ਜੰਝ ਘਰ ਤੱਕ ਬਰਾਤ ਲਿਆਉਣ ਲਈ ਕਈ ਸਰਕਾਰੀ ਗੱਡੀਆਂ ਦਾ ਇੰਤਜ਼ਾਮ ਕੀਤਾ ਗਿਆ। ਘਰ ਦੇ ਸਾਹਮਣੇ ਠੇਕੇਦਾਰ ਕਰਤਾਰ ਸਿੰਘ ਦੀ ਧਰਮਸ਼ਾਲਾ ਬਰਾਤ ਲਈ ਬੁੱਕ ਕੀਤੀ ਗਈ। ਗੱਲ ਕਿ ਚਾਰੋਂ ਤਰਫ ਬਰਾਤ ਦੇ ਸਵਾਗਤ ਆਓ ਭਗਤ ਲਈ ਵੱਡੇ ਪੈਮਾਨੇ ਉੱਤੇ ਤਿਆਰੀਆਂ ਆਰੰਭ ਹੋ ਗਈਆਂ। ਪਰ ਦਾਜ ਦਹੇਜ ਵੱਲੋਂ ਕਿਸੇ ਨੂੰ ਕੋਈ ਫਿਕਰ ਨਹੀਂ ਸੀ, ਕਿਉਂਕਿ ਮੇਰੇ ਬਾਈ ਜੀ ਸਿੰਘ ਸਭੀਏ ਹੋਣ ਕਾਰਨ ਨਾ ਦਹੇਜ ਲੈਣ ਦੇ ਹੱਕ 'ਚ ਸਨ ਤੇ ਨਾ ਦੇਣ ਦੇ। ਪਰ ਬੇਬੇ ਮੇਰੀ ਨੂੰ ਮੇਰੇ 7 ਤਿਉਰ, ਪ੍ਰਾਹੁਣੇ ਦੇ 2 ਸੂਟ, ਉਹਦੇ ਮਾਂ-ਪਿਓ, ਭੈਣ ਭਾਈ, ਹੋਰ ਨਾਨਕੇ ਦਾਦਕਿਆਂ ਤੇ ਰਿਸ਼ਤੇਦਾਰਾਂ ਲਈ ਕੱਪੜੇ ਲੀੜੇ ਬਣਾਉਣ ਦਾ ਓਨਾ ਹੀ ਫਿਕਰ ਸੀ ਜਿੰਨਾ ਕਿ ਦਾਜ ਦਹੇਜ ਦੇਣ ਵਾਲੀ ਮਾਂ ਨੂੰ ਹੁੰਦਾ ਹੈ। ਬੇਬੇ ਇਹ ਵੀ ਚਾਹੁੰਦੀ ਸੀ ਕਿ ਕੁੜੀ ਨੂੰ ਤੇ ਮੁੰਡੇ ਨੂੰ ਭਾਵੇਂ ਇੱਕ ਸਿਉਨੇ ਦੀ ਟੋਮ ਹੀ ਕਿਉਂ ਨਾ ਪਾਈ ਜਾਵੇ, ਪਰ ਪਾਉਣੀ ਜ਼ਰੂਰ ਚਾਹੀਦੀ ਹੈ। ਇਉਂ ਜੇ ਉਹਨਾਂ ਸਾਊ ਲੋਕਾਂ ਨੇ ਦਹੇਜ ਨਹੀਂ ਮੰਗਿਆ ਤਾਂ ਕਿ ਕੁੜੀ ਨੂੰ ਕੰਨੋਂ ਨੱਕੀ ਬੁੱਸੀ ਨੂੰ ਥੋੜ੍ਹੇ ਘਰੋਂ ਤੋਰਨਾ। ਆਖਰ ਤਾਂ ਇਸ ਘਰ ਦੀ ਧੀ ਹੈ, ਐਵੇਂ ਸਿੱਟੀ ਤਾਂ ਨਹੀਂ ਹੋਈ ਕਿਤੇ। ਇਹ ਕੋਈ ਉਮਰ ਹੈ ਕੁੜੀ ਨੂੰ ਘਰੋਂ ਤੋਰਨ ਦੀ? ਅਜੇ ਤਾਂ ਇਹਦੇ ਖੇਡਣ ਦੇ ਦਿਨ ਹੈ। ਪਰ ਰੋਜ਼ ਦਾ ਭੈ ਤਾਂ ਮੁੱਕ ਜੂ ਜਲ ਗਿਆਂ ਦਾ। ਬੇਬੇ ਜਿਵੇਂ ਕਿਸੇ ਖਾਸ ਭੈ ਦਾ ਇਕੱਲੀ ਟੱਕਰਾ ਕਰ ਰਹੀ ਸੀ। ਇਹ ਗੱਲ ਬੇਬੇ ਕੀ ਕਹਿ ਗਈ ਮੈਨੂੰ ਸਮਝ ਨਹੀਂ ਪਈ। ਭੈ? ਕਿਹਦਾ ਭੈ? ਕਿਹਾ ਭੈ? ਖੈਰ, ਵਿਆਹ ਦੀ ਸਾਹੀ ਚਿੱਠੀ 'ਚ ਬਾਈ ਜੀ ਨੇ ਸਰੋਂ ਦੀ ਮੁੱਠੀ ਵੀ ਪਾ ਦਿੱਤੀ, ਕਿਉਂਕਿ ਉਹਨਾਂ ਨੇ ਦਹੇਜ ਤਾਂ ਦੇਣਾ ਹੀ ਨਹੀਂ ਸੀ। ਇਹ ਗੱਲ ਮੁੰਡੇ ਵਾਲਿਆਂ ਨਾਲ ਪਹਿਲਾਂ ਹੀ ਪੱਕੀ ਕਰ ਲਈ ਗਈ ਸੀ। ਪਰ ਬਾਈ ਜੀ ਬਰਾਤੀਆਂ ਦੀ ਸੇਵਾ ਲਈ ਤੇ ਬਰਾਤੀਆਂ ਦੀ ਬਹੁ ਗਿਣਤੀ ਵੱਲੋਂ ਪੂਰੇ ਤਿਆਰ ਸਨ। ਸਰੋਂ ਦੀ ਮੁੱਠੀ ਦਾ ਮਤਲਬ ਵੀ ਇਹੋ ਹੀ ਸੀ ਕਿ ਉਹ ਜਿੰਨੀ ਚਾਹੇ ਬਰਾਤ ਲਿਆਉਣ। ਇਹ ਬਾਈ ਜੀ ਲਈ ਖੁਸ਼ੀ ਦੀ ਗੱਲ ਸੀ। ਸ਼ੁੱਕਰਵਾਰ ਵਾਲੇ ਦਿਨ ਜਦੋਂ 23 ਵਿਸਾਖ 5 ਮਈ 1951 ਨੂੰ ਪਟਿਆਲੇ ਸਟੇਸ਼ਨ ਉੱਤੇ ਬਰਾਤ ਉਤਰੀ ਤਾਂ ਬੰਦੇ ਕੁੱਲ ਗਿਣਤੀ ਦੇ 13 ਕਿ 14 ਹੀ ਸੀ। ਬਰਾਤੀਆਂ ਨੂੰ ਲੈਣ ਆਏ ਰਿਸ਼ਤੇਦਾਰ ਤੇ ਹੋਰ ਸਿਆਣੇ ਬੰਦੇ ਬਰਾਤ ਨੂੰ ਦੇਖ ਕੇ ਬੜੇ ਹੈਰਾਨ ਪਰੇਸ਼ਾਨ ਹੋਏ, ਕਿਉਂਕਿ ਉਹ ਤਾਂ ਸਟੇਸ਼ਨ ਤੇ ਬਰਾਤ ਲਈ 2 ਬੱਸਾਂ 3 ਕਾਰਾਂ ਲਈ ਖੜੇ ਸੀ। ਉਧਰ ਮੇਰਾ ਜੇਠ ਤੇ ਸਹੁਰਾ ਇਹ ਸਭ ਦੇਖ ਕੇ ਬਹੁਤ ਪਛੇਮਾਨ ਹੋ ਰਹੇ ਸੀ। ਬਾਈ ਜੀ ਨੇ ਤਾਂ ਸਾਹੀ ਚਿੱਠੀ 'ਚ ਸਰੋਂ ਦੇ ਦਾਣਿਆਂ ਦੀ ਮੁੱਠੀ ਪਾਈ ਸੀ, ਪਰ ਇਹ ਬਰਾਤ 'ਚ ਗਿਣਤੀ ਦੇ ਬੰਦੇ ਕਿਉਂ? ਮੇਰੇ ਤਾਏ ਨੇ ਮੇਰੇ ਸਹੁਰੇ ਨੂੰ ਕਿਹਾ ਸੀ ਵੀ ਮੇਰਾ ਭਰਾ ਫੌਜੀ ਆਦਮੀ ਹੈ, ਵਿਆਹ ਸਾਦਾ ਕਰੇਗਾ। ਸਾਦੇ ਤੋਂ ਭਾਵ ਸੀ ਦਾਜ ਦਹੇਜ ਨਹੀਂ ਦੇਗਾ। ਪਰ ਬਰਾਤ ਵੱਲੋਂ ਤਾਂ ਚਿੱਠੀ 'ਚ ਸਰੋਂ ਦੀ ਮੁੱਠੀ ਪਾਈ ਗਈ ਸੀ। ਕਰਾ ਕੇ ਪਟਿਆਲੇ 'ਚੋਂ ਦੂਰੋਂ ਨੇੜਿਓਂ ਜਾਣ ਪਛਾਣ ਦੇ ਕੁਝ ਬੰਦੇ ਯਾਰ ਦੋਸਤ ਇਕੱਠੇ ਕੀਤੇ ਗਏ। ਫਿਰ ਵੀ ਬੰਦੇ ਬਰਾਤ ਦੇ 25-26 ਤੋਂ ਵੱਧ ਨਾ ਹੋਏ, ਜਿਨ੍ਹਾਂ ਵਿੱਚੋਂ ਪਹਿਲੀ ਰੋਟੀ ਖਾਣ ਪਿੱਛੋਂ ਉਹ ਵੀ ਛੱਡ ਗਏ। ਤੇ ਰਾਤ ਨੂੰ ਧਰਮਸ਼ਾਲਾ 'ਚ ਵਿਛੇ 150 ਦੇ ਕਰੀਬ ਬਿਸਤਰਿਆਂ ਵਿੱਚ ਸਿਰਫ ਗਿਣਤੀ ਦੇ 17-18 ਬੰਦੇ ਸੌਣ ਵਾਲੇ ਸਨ। ਬਾਕੀ ਮੰਜੇ ਚਿੱਟੇ ਚਾਦਰਿਆਂ ਨਾਲ ਵਿਛੇ ਜਿਵੇਂ ਮੁੰਡੇ ਦੇ ਪਿਓ ਤੇ ਭਰਾ ਦਾ ਮੂੰਹ ਚੜਾ ਰਹੇ ਸਨ। ਦੂਜੇ ਦਿਨ ਸ਼ਨੀਵਾਰ ਸੀ। ਸੁਬਾਹ ਸਵੇਰੇ ਤੜਕੇ 4 ਵਜੇ ਮੇਰੀ
ਨਹਾਈ ਧੋਈ ਕੀਤੀ ਗਈ। ਲੱਕੜ ਦੀ ਚੌਂਕੀ ਤੇ ਬਿਠਾ ਕੇ ਪਹਿਲਾਂ 7 ਸੁਹਾਗਣਾਂ ਨੇ ਮੇਰੇ ਮੂੰਹ ਤੇ ਹੱਥਾਂ ਪੈਰਾਂ ਉੱਤੇ ਬੰਨ੍ਹ ਲਾ ਕੇ ਨਹਾਈ ਧੋਈ ਆਰੰਭ ਕੀਤੀ। ਫਿਰ ਨੈਣ ਨੇ ਦਹੀਂ ਨਾਲ ਮੈਨੂੰ ਸਿਰ ਨਲਾਇਆ। ਬੇਬੇ ਨੇ ਲੱਡੂ ਦੇ ਭੋਰੇ 7 ਵਾਰੀ ਮੇਰੇ ਮੂੰਹ 'ਚ ਪਾ ਕੇ ਮੈਨੂੰ ਚੌਂਕੇ ਤੋਂ ਉਤਾਰਿਆ। ਫਿਰ 2 ਘੰਟਿਆਂ ਤੱਕ ਨੈਣ ਮੇਰਾ ਸਿਰ ਗੁੰਦਦੀ ਰਹੀ। ਕੁਝ ਚੀਜ਼ਾਂ ਸਹੁਰਿਆਂ ਵੱਲੋਂ ਲੈ ਕੇ ਪਾਈਆਂ ਗਈਆਂ, ਯਾਦ ਨਹੀਂ ਕੀ ਸੀ। ਨਾਨਕਿਆਂ ਦਾ ਪਹਿਨਾਇਆ ਗਿਆ। ਇਉਂ ਵੱਡੇ ਸਾਰੇ ਦੋਸੜੇ ਦੁਪੱਟੇ 'ਚ ਲਪੇਟ ਕੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਹਮਣੇ ਬਿਠਾ ਦਿੱਤਾ ਗਿਆ, ਜਿੱਥੇ ਦੁੱਲਾ ਮੀਆਂ ਸ਼ਾਇਦ ਪਹਿਲਾਂ ਤੋਂ ਹੀ ਬਿਰਾਜਮਾਨ ਸੀ। ਖੈਰ, ਬੈਠਿਆਂ ਬੈਠਿਆਂ ਹੀ 4 ਲਾਵਾਂ ਪੜ੍ਹੀਆਂ ਗਈਆਂ ਤੇ ਸਾਥੋਂ ਦੋਹਾਂ ਤੋਂ ਮੱਥਾ ਟਿਕਵਾ ਦਿੱਤਾ ਗਿਆ। ਨਾ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਸਾਡੇ 4 ਫੇਰੇ ਹੋਏ, ਨਾ ਕੋਈ ਸਿਹਰਾ, ਨਾ ਕੋਈ ਸਿੱਖਿਆ ਪੜ੍ਹੀ ਗਈ। ਬਸ ਵਿਆਹ ਹੋਇਆ। ਮੇਰੇ ਬਾਬਲਾ ਵਾਲਾ ਸ਼ਬਦ ਪੜ੍ਹਨ ਪਿੱਛੋਂ ਆਨੰਦ ਕਾਰਜ ਸੰਪੂਰਨ ਹੋਏ। ਦੁਪਹਿਰ ਦਾ ਖਾਣਾ, ਸ਼ਾਮ ਦੀ ਚਾਹ ਤੇ ਰਾਤ ਦਾ ਡਿਨਰ, ਤਿੰਨੇ ਦਿਨ ਖਾਣ ਪੀਣ ਦਾ ਸਾਰਾ ਪ੍ਰਬੰਧ ਬੜੇ ਸ਼ਾਹੀ ਤੇ ਰਾਜੇ ਮਹਾਰਾਜਿਆਂ ਦੇ ਢੰਗ ਨਾਲ ਕੀਤਾ ਗਿਆ ਸੀ। ਕਿਉਂਕਿ ਮੇਰੇ ਬਾਈ ਜੀ ਮਹਾਰਾਜਾ ਪਟਿਆਲਾ ਪਰਿਵਾਰ ਦੇ ਬਹੁਤ ਨੇੜੇ ਸੀ, ਇਹ ਸਭ ਇੰਤਜ਼ਾਮ ਉਹਨਾਂ ਦੀ ਸਹਾਇਤਾ ਨਾਲ ਹੀ ਹੋਇਆ ਸੀ। ਵਿਆਹ ਦਾ ਇੰਨਾ ਚੰਗਾ ਇੰਤਜ਼ਾਮ, ਨਵੇਂ ਤੋਂ ਨਵੇਂ ਡਿਨਰ ਸੈੱਟ ਤੇ ਡਿਜ਼ਾਈਨ ਦੀਆਂ ਪਿਰਚ ਪਿਆਲੀਆਂ। ਬਰਾਤੀਆਂ ਨੇ ਸ਼ਾਇਦ ਪਹਿਲੀ ਵਾਰੀ ਇੰਨਾ ਸੋਹਣਾ ਸਭ ਕੁਝ ਦੇਖਿਆ ਹੋਵੇ, ਕਿਉਂਕਿ ਜੋ ਪਿਰਚ ਪਿਆਲੀਆਂ ਸਵੇਰ ਦੇ ਨਾਸ਼ਤੇ ਸਮੇਂ ਵਰਤੀਆਂ ਜਾਂਦੀਆਂ, ਉਹ ਸ਼ਾਮ ਦੀ ਚਾਹ ਸਮੇਂ ਨਹੀਂ ਸੀ ਹੁੰਦੀਆਂ। ਸਵੇਰ ਵਾਲਾ ਸੈੱਟ ਬਦਲ ਕੇ ਸ਼ਾਮੀ ਨਵਾਂ ਸੈੱਟ ਸਜਾਇਆ ਜਾਂਦਾ ਸੀ। ਬਰਾਤੀਆਂ ਦੀ ਇੰਨੀ ਆਓ ਭਗਤ ਤੇ ਇੰਨੀ ਸ਼ਰਧਾ ਨਾਲ ਕੀਤੀ ਸੇਵਾ ਮੇਰੇ ਸਹੁਰੇ ਪਰਿਵਾਰ ਨੇ ਅੱਗੇ ਕਦੀ ਨਹੀਂ ਸੀ ਦੇਖੀ। ਇਸ ਵਿਆਹ 'ਚ ਹੋਈ ਸੇਵਾ ਤੇ ਆਓ ਭਗਤ ਨੂੰ ਦੇਖ ਕੇ ਸਾਰੇ ਬਰਾਤੀ ਅਚਰਜ ਰਹਿ ਗਏ। ਅਗਲੀ ਸਵੇਰ ਐਤਵਾਰ ਸੀ। ਪਟਿਆਲੇ ਤੋਂ ਸਵੇਰੇ 7 ਵਜੇ ਦਿੱਲੀ ਲਈ ਗੱਡੀ ਚੱਲਦੀ ਸੀ, ਸੋ ਮੈਨੂੰ ਨੇਰੇ ਸੁਬਾਹ ਸਵੇਰੇ 3-4 ਵਜੇ ਜਗਾ ਦਿੱਤਾ ਗਿਆ ਤੇ ਸਭ ਤੋਂ ਪਹਿਲਾਂ ਨਹਾਉਣ ਲਈ ਕਿਹਾ ਗਿਆ। ਪਰ ਮੈਨੂੰ ਸਵੇਰੇ ਹੀ ਸੁਹਾਣੀ ਨੀਂਦ ਨੇ ਘੇਰ ਰੱਖਿਆ ਸੀ। ਆਖਰ ਹਾਲ ਦੁਹਾਈ ਮਚਾ ਕੇ ਨੈਣ ਨੇ ਮੈਨੂੰ ਛੇਤੀ ਦੇਣੇ ਗੁਸਲਖਾਨੇ 'ਚੋਂ ਬਾਹਰ ਆਉਣ ਲਈ ਕਿਹਾ ਤੇ ਅੰਦਰ ਕਮਰੇ 'ਚ ਲਿਜਾ ਕੇ ਨੈਣ ਤੇ 2-3 ਹੋਰ ਤੀਵੀਆਂ ਮੈਨੂੰ ਵਿਦਾ ਕਰਨ ਲਈ ਤਿਆਰ ਕਰਨ ਲੱਗੀਆਂ। ਨਵਾਂ ਨਕੋਰ ਵਰੀ ਦਾ ਜੋੜਾ ਪਹਿਨਾਇਆ ਗਿਆ, ਸੁਰਖੀ ਬਿੰਦੀ ਲਾਈ ਗਈ। ਵਰੀ ਚਾਏ ਗਹਿਣਿਆਂ 'ਚੋਂ ਛਾਪ ਤੇ ਗਲ ਦਾ ਗੁੱਲੂਬੰਦ ਪਹਿਨਾਇਆ ਗਿਆ। ਬਾਕੀ ਗਹਿਣੇ ਦਿੱਲੀ ਪਹੁੰਚ ਕੇ ਸਟੇਸ਼ਨ ਉੱਤੇ ਇੱਕ ਪਾਸੇ ਹੋ ਕੇ ਪਹਿਨਾਉਣ ਲਈ ਗੱਲ ਕੀਤੀ ਗਈ। ਫਿਰ ਕੁੜੀਆਂ ਤੇ ਤੀਵੀਆਂ ਦਾ ਝੁਰਮਟ ਮੇਰੇ ਦੁਆਲੇ ਹੋ ਗਿਆ। ਹਰ ਇੱਕ ਮੇਲਣ ਮੇਰੇ ਗਲ 'ਚ ਪਿਆ ਗੁੱਲੂਬੰਦ ਹੱਥ ਲਾ ਲਾ ਕੇ ਦੇਖਦੀ ਸੀ। ਗਹਿਣੇ ਸੱਚਮੁੱਚ ਬਹੁਤ ਸੋਹਣੇ ਚੜ੍ਹੇ ਸੀ ਤੇ ਨਵੇਂ ਡਿਜ਼ਾਈਨ ਦੇ, ਤੇ ਪੈਰਾਂ ਦੀਆਂ ਪੰਜੇਬਾਂ ਮੈਂ ਅੱਜ ਤੱਕ ਓਨੀਆਂ ਸੋਹਣੀਆਂ ਕਿਧਰੇ ਨਹੀਂ ਦੇਖੀਆਂ। ਚਾਹ ਨਾਸ਼ਤੇ ਪਿੱਛੋਂ ਬਰਾਤ ਦੀ ਵਧਾਈ ਲਈ ਭੱਜ ਨੱਠ ਹੋਣ ਲੱਗੀ ਤੇ ਬੂਹੇ ਅੱਗੇ ਆ ਖੜੀ ਮੋਟਰ 'ਚ ਮੈਨੂੰ ਮੇਰੇ ਮਾਮੇ ਨੇ ਗੋਦੀ ਚੁੱਕ ਕੇ ਡੋਲੀ ਪਾਉਣਾ ਸੀ। ਪਰ ਜਦੋਂ ਮੇਰੇ ਤਾਏ ਦੇ ਪੁੱਤ ਛੱਜੂ ਵੀਰ ਨੇ ਅੰਦਰ ਆ ਕੇ ਨੈਣ ਨੂੰ ਤੇ ਮੇਰੀ ਬੇਬੇ ਨੂੰ ਕਿਹਾ ਕਿ ਚਲੋ ਛੇਤੀ ਕਰੋ, ਕੁੜੀ ਨੂੰ ਲਿਆਓ, ਬਰਾਤੀ ਸਾਰੇ ਬੱਸ 'ਚ ਬੈਠ ਗਿਆ, ਤਾਂ ਮੈਂ ਮਾਮੇ ਦੀ ਉਡੀਕ ਕਰਨ ਤੋਂ ਪਹਿਲਾਂ ਆਪ ਹੀ ਉੱਠ ਕੇ ਖੜੀ ਹੋ ਗਈ ਤੇ ਬਾਹਰ ਨੂੰ ਤੁਰਨ ਲੱਗੀ। ਬੇਬੇ ਭੱਜੀ ਭੱਜੀ ਮਾਮੇ ਨੂੰ ਬੁਲਾਉਣ ਗਈ, ਪਰ ਜਦ ਤੱਕ ਮਾਮਾ ਆਇਆ ਮੈਂ ਤੁਰਦੀ ਤੁਰਦੀ ਆਪੇ ਬਾਹਰ ਤੱਕ ਆ ਪਹੁੰਚੀ ਸੀ। ਨਾਲ ਨਾਲ ਕੁੜੀਆਂ ਦਾ ਝੁਰਮਟ ਤੁਰ ਰਿਹਾ ਸੀ, ਵਿੱਚੋਂ ਵਿੱਚ ਹੀ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ, ਲੈ ਹੈ ਨਾ ਬੋਲੀ ਕੁੜੀ, ਆਪੋ ਹੀ ਤੁਰ ਪਈ। ਭਈ ਮਾਮਾ ਗੋਦੀ ਚੁੱਕ ਕੇ ਲੈ ਕੇ ਜਾਵੇ, ਮੋਟਰ 'ਚ ਉਹੀ ਬਿਠਾਵੇ। ਕੁੜੀ ਨਿਆਣੀ ਨੂੰ ਕੀ ਪਤਾ, ਕੋਈ ਕਹਿੰਦੀ ਵੀ ਤਾਂ ਨਹੀਂ ਇਹਨੂੰ ਠਹਿਰਨ ਲਈ। ਐ ਨੈਣ ਵੀ ਬੇਅਕਲ ਹੀ ਸੀ, ਇਹਨੂੰ ਫੇਰ ਕਾਸ ਨੂੰ ਤੋਰ ਰਹੇ ਨੇ। ਨਾਲ ਜੀ ਇੰਨਾ ਵੀ ਨਹੀਂ ਸੰਭਾਲ ਸਕਦੀ ਕੁੜੀ ਨੂੰ। ਤੇ ਐਨ ਬੂਹੇ ਦੇ ਕੋਲ ਜਾ ਕੇ ਪਿੱਛੋਂ ਭੱਜੇ ਆਉਂਦੇ ਮਾਮੇ ਨੇ ਮੈਨੂੰ ਘਨਾੜੇ ਚੁੱਕ ਲਿਆ ਤੇ ਕੋਲ ਖੜੀ ਬੱਸ 'ਚ ਅਗਲੀ ਸੀਟ ਤੇ ਬਿਠਾ ਦਿੱਤਾ। ਨਾਲ ਨੈਣ ਨੂੰ ਬੈਠਣ ਲਈ ਕਿਹਾ। ਮੈਂ ਚੁੱਪ ਸੀ, ਪਰ ਮੇਰੀ ਬੇਬੇ ਮੇਰੇ ਬੱਸ 'ਚ ਬੈਠਦਿਆਂ ਸਾਰੀ ਭੁੱਬਾ ਮਾਰ-ਮਾਰ ਰੋਣ ਲੱਗ ਪਈ। ਮੇਰੀ ਅੰਮਾਂ ਦੇ ਰੋਣ ਦੀਆਂ ਆਵਾਜ਼ਾਂ ਵੀ ਮੈਨੂੰ ਸੁਣ ਰਹੀਆਂ ਸੀ। ਮੇਰੀ ਬੱਚੀ ਤੁਰ ਚੱਲੀ, ਅਜੇ ਤਾਂ ਇਹਦੇ ਖੇਡਣ ਦੇ ਦਿਨ ਸੀ। ਬੇਬੇ ਭੁੱਬੀ ਰੋ ਰਹੀ ਸੀ। ਮੇਰੀ ਦਾਦੀ ਦਾ ਗਲਾ ਵੀ ਭਰਿਆ ਸੀ, ਪਰ ਉਹ ਬੇਬੇ ਨੂੰ ਸਮਝਾਉਂਦੀ ਕਹਿ ਰਹੀ ਸੀ, ਚੁੱਪ ਕਰ ਨੰਦਕੁਰੇ, ਸ਼ੁਕਰ ਮਨਾ ਅੱਜ ਦੀ ਘੜੀ ਨੂੰ, ਧੀ ਆਪਣੀ ਘਰ ਨੂੰ ਤੁਰੀ, ਨਹੀਂ ਇੱਥੇ ਪਤਾ ਨਹੀਂ ਕੀ ਕਾਰਾ ਹੋ ਜਾਂਦਾ। ਗੱਲ ਮੇਰੀ ਸਮਝ ਤੋਂ ਪਰਾ ਸੀ। ਬੇਬੇ ਦੇ ਨਾਲ ਹੁਣ ਜਿਵੇਂ ਸਾਰੇ ਉੱਚੀ ਉੱਚੀ ਰੋ ਰਹੇ ਸੀ ਤੇ ਕੋਲ ਬੈਠੀ ਨੈਣ ਮੈਨੂੰ ਰੋਣ ਲਈ ਕਹਿ ਰਹੀ ਸੀ, ਪਰ ਮੈਨੂੰ ਰੋਣਾ ਨਹੀਂ ਸੀ ਆ ਰਿਹਾ। ਮੈਨੂੰ ਮਿੱਠਾ ਪਾਣੀ ਪਿਲਾਉਂਦੀ ਮੇਰੇ ਗਲ ਲੱਗ ਕੇ ਰੋਂਦੀ ਬੇਬੇ ਨੂੰ ਤੀਵੀਆਂ ਨੇ ਫੜ ਕੇ ਪਰਾਂ ਕਰ ਲਿਆ ਸੀ ਤੇ ਫਿਰ ਨਾਲ ਦੀ ਸੀਟ ਉੱਤੇ ਬੈਠੀ ਪਰਸੀਨੀ ਨੈਣ ਨੇ ਮੈਨੂੰ ਹੁੱਜ ਜੀ ਮਾਰ ਕੇ ਕਿਹਾ, ਬਿੰਤ ਤੂੰ ਵੀ ਰੋ ਨਾ, ਭਾਵੇਂ ਝੂਠੀ ਮੁੱਠੀ ਦਾ ਦਿਖਾਵਾ ਹੀ ਕਰ, ਦੇਖ ਸਾਰੀਆਂ ਮੇਲਣਾ ਤੇਰੇ ਵੱਲ ਹੀ ਦੇਖ ਰਹੀਆਂ। ਪਰ ਮੈਨੂੰ ਉਸ ਵੇਲੇ ਭੋਰਾ ਵੀ ਰੋਣਾ ਨਾ ਆਇਆ। 7 ਮਈ 1951 ਕੋਈ 3 ਵਜੇ ਨੂੰ ਮੇਰੀ ਡੋਲੀ ਦਿੱਲੀ ਦੇਵਨਗਰ ਪਹੁੰਚ ਗਈ, ਜਦੋਂ ਅਸੀਂ 182 ਡਬਲ ਸਟੋਰੀ ਕੁਆਟਰਾਂ 'ਚ ਰਹਿੰਦੇ ਸੀ। ਵਿਆਹ ਵਾਲੇ ਘਰ ਕੁੱਲ 3 ਔਰਤਾਂ ਸਨ, ਮੇਰੀ ਸੱਸ, ਮੇਰੀ ਜਠਾਣੀ ਤੇ ਇੱਕ ਮੇਰੇ ਪਤੀ ਦੀ ਭੂਆ, ਜੋ ਪਟਿਆਲੇ ਤੋਂ ਹੀ ਆਈ ਹੋਈ ਸੀ। ਇਹਨਾਂ ਤਿੰਨਾਂ 'ਚੋਂ ਦੋਹਾਂ ਨੇ ਗੀਤ ਗਾਇਆ, ਪਾਣੀ ਵਾਰ ਬੰਨੇ ਦੀਏ ਮਾਏ, ਬੰਨਾ ਬਾਹਰ ਖੜਾ। ਸੱਸ ਨੇ ਪਾਣੀ ਵਾਰਿਆ। 10 ਕੁ ਸਾਲਾਂ ਦੀ ਨਣਦ ਗੁਰਦੇਵ ਨੇ
ਵਾਰ ਰੋਕਿਆ ਤੇ ਅੰਦਰ ਕਮਰੇ 'ਚ ਗੱਦੇ ਉੱਤੇ ਮੈਨੂੰ ਬਿਠਾ ਦਿੱਤਾ। ਰਸਤੇ ਵਿੱਚ ਵੀ ਮੇਰੇ ਉੱਤੇ ਨੈਣ ਦਾ ਖਾਸ ਧਿਆਨ ਸੀ। ਜੇ ਮੇਰੀ ਚੁੰਨੀ ਵੀ ਇੱਧਰ ਉੱਧਰ ਖਿਸਕਦੀ ਤਾਂ ਉਹ ਠੀਕ ਕਰਦੀ, ਪਰ ਇੱਥੇ ਜਦੋਂ ਮੈਨੂੰ ਛੋਟੇ ਕਮਰੇ ਦੇ ਇੱਕ ਖੂੰਜੇ 'ਚ ਉਤਾਰਾ ਦਿੱਤਾ ਗਿਆ ਤਾਂ ਨੈਣ ਦੀ ਖਾਸ ਮੇਰੇ ਉੱਤੇ ਤਵੱਜੋ ਸੀ ਤਾਂ ਕਿ ਪ੍ਰਾਹੁਣਾ ਕਿਤੇ ਮੈਨੂੰ ਆ ਕੇ ਦੇਖ ਨਾ ਲਵੇ। ਇੱਕ ਤਾਂ ਪਹਿਲਾਂ ਹੀ ਸਾਰਾ ਵਾਤਾਵਰਨ ਵਿਆਹ ਵਾਲੇ ਘਰ ਵਾਲਾ ਉਂਝੀ ਨਹੀਂ ਸੀ। ਇੱਕ ਨੈਣ ਦਾ ਤਿੱਖਾ ਪਹਿਰਾ। ਸੱਸ ਨੇ ਮੂੰਹ 'ਚ ਲੱਡੂ ਦਾ ਭੋਰਾ ਪਾ ਕੇ ਪਹਿਲਾਂ ਮੂੰਹ ਦੇਖਿਆ, ਫਿਰ ਜਠਾਣੀ ਤੇ ਫੁਫੇਸ ਨੇ। ਪਿੱਛੋਂ ਇੱਕ ਲਫ਼ਜ਼ ਫੁਫੇਸ ਦਾ ਕਿਹਾ ਮੇਰੇ ਕੰਨੀ ਪਿਆ, ਭਾਬੀ ਛੋਟੀ ਨੂੰ ਤਾਂ ਤੇਰੀ ਵੱਡੀ ਨਾਲੋਂ ਵੀ ਸੋਹਣੀ ਆਈ ਹੈ। ਇਹ ਗੱਲ ਮੇਰੀ ਜਠਾਣੀ ਦੇ ਕੰਨਾਂ 'ਚ ਕਿਵੇਂ ਲੱਗੀ ਹੋਏਗੀ ਮੈਂ ਨਹੀਂ ਜਾਣਦੀ, ਪਰ ਮੈਨੂੰ ਚੰਗੀ ਲੱਗੀ ਸੀ। ਪਰ ਪਿੱਛੋਂ ਜਠਾਣੀ ਨੇ ਖਬਰ ਨਹੀਂ ਰੋਸ ਵਜੋਂ ਜਾਂ ਉਵੇਂ ਕਿਹਾ, ਸੋਹਣੀ ਕਾਹਦੀ ਹੋਈ, ਸੰਗ ਦੀ ਤਾਂ ਭੋਰਾ ਨਹੀਂ ਦੇਖਿਆ, ਮੂੰਹ ਦਿਖਾਈ ਵੇਲੇ ਕਿਵੇਂ ਬਿਟ ਬਿਟ ਝਾਕ ਰਹੀ ਸੀ। ਉਹਦੀ ਇਹ ਗੱਲ ਮੇਰੀ ਨੈਣ ਨੂੰ ਬਹੁਤ ਬੁਰੀ ਲੱਗੀ। ਥੋੜੇ ਕੁ ਚਿਰ ਪਿੱਛੋਂ ਆਂਢਣਾ ਗੁਆਂਢਣਾ ਨੇ ਨਵੀਂ ਵਹੁਟੀ ਨੂੰ ਦੇਖਣ ਆਉਣਾ ਸੀ। ਮੇਰੀ ਸੱਸ ਨੇ ਨੈਣ ਨੂੰ ਮੇਰਾ ਜੋੜਾ ਬਦਲਣ ਲਈ ਕਿਹਾ, ਨਾਲੇ ਵਰੀ ਵਾਲੇ ਗਹਿਣਿਆਂ ਦਾ ਡੱਬਾ ਨੈਣ ਨੂੰ ਫੜਾਉਂਦੇ ਨੇ ਨੱਕ ਕੰਨ ਗਲ ਆਦਿ ਸਾਰੇ ਗਹਿਣੇ ਪਾਉਣ ਲਈ ਕਿਹਾ। ਨੈਣ ਨੇ ਮੇਰਾ ਮੂੰਹ ਹੱਥ ਤੁਲਵਾ ਕੇ ਮੇਰੇ ਨਵਾਂ ਸਾਟਨ ਦਾ ਸੂਟ ਪਵਾ। ਜਦੋਂ ਮੇਰੀ ਜਠਾਣੀ ਮੈਨੂੰ ਗਹਿਣੇ ਪਹਿਨਾਉਣ ਲੱਗੀ ਤਾਂ ਨੱਕ ਤਾਂ ਵਿੰਨਿਆ ਹੋਇਆ ਹੈ ਨਹੀਂ ਸੀ, ਕੰਨ ਵੀ ਇੱਕੋ ਪਾਸੇ ਵਿੰਨਿਆ ਹੋਇਆ ਨਿਕਲਿਆ, ਕਿਉਂਕਿ ਬਾਈ ਜੀ ਉੱਪਰ ਸਿੱਖੀ ਦਾ ਬਹੁਤ ਅਸਰ ਸੀ, ਸੋ ਉਹ ਵੀ ਕੋਈ ਗਹਿਣਾ ਪਹਿਨਣ ਦੇ ਖਿਲਾਫ ਸੀ। ਤੇ ਸਾਡੇ ਘਰ ਨੱਕ ਕੰਨ ਵਿੰਨਾਉਣ ਦਾ ਕੋਈ ਸਵਾਲ ਹੀ ਨਹੀਂ ਸੀ ਉੱਠਦਾ। ਇੱਕ ਕੰਨ ਵੀ ਮੈਂ ਆਪ ਹੀ ਮੇਰੀ ਇੱਕ ਸਹੇਲੀ ਕੋਲੋਂ ਚੋਰੀ ਛੁਪੀ ਬਣਵਾਇਆ ਸੀ। ਇੱਕ ਕੰਨ ਵਿੰਨੇ ਹੋਏ ਹੋਣ ਦਾ ਸਹੁਰੇ ਘਰ ਕਾਫੀ ਹਾਸਾ ਪਿਆ। ਜਦੋਂ ਮੇਰੀ ਜਠਾਣੀ ਨੇ ਗਹਿਣਿਆਂ ਦੇ ਡੱਬੇ 'ਚੋਂ ਝੁਮਕੇ ਵਾਲੇ ਕਾਂਟੇ ਕੱਢੇ ਤਾਂ ਮੇਰੇ ਜੇਠ ਨੇ ਹੱਸਦਿਆਂ ਹੱਸਦਿਆਂ ਨੈਣ ਨੂੰ ਕਿਹਾ, ਜੇ ਇੱਕੋ ਕੰਨ ਵਿੰਨਿਆ ਹੋਇਆ ਸੀ ਤਾਂ ਸਾਨੂੰ ਸੁਨੇਹਾ ਭੇਜ ਦੇ, ਅਸੀਂ ਇੱਕੋ ਹੀ ਕਾਂਟਾ ਬਣਵਾਉਂਦੇ। ਇਹ ਤਾਂ ਵਾਧੂ ਦਾ ਖਰਚਾ ਕਰਵਾਤਾ ਨਾ ਸਾਡਾ। ਉਹਦੀ ਗੱਲ ਸੁਣ ਕੇ ਘਰ ਦੇ ਸਾਰੇ ਜੀਅ ਮੁਸਕਰਾ ਪਏ। ਚੰਗੀ ਤਰ੍ਹਾਂ ਸੁਰਖੀ ਬਿੰਦੀ ਲਗਾਉਣ ਪਿੱਛੋਂ ਮੇਰੀ ਜਠਾਣੀ ਨੇ ਮੇਰਾ ਵੱਡਾ ਸਾਰਾ ਘੁੰਡ ਕਢਵਾਤਾ। ਪਿੱਛੋਂ ਨੈਣ ਨੇ ਹੌਲੀ ਜੀ ਮੇਰੇ ਕੰਨ 'ਚ ਕਿਹਾ, ਬਚਿੱਤ ਦੇਖੀ ਜਦ ਤੀਵੀਆਂ ਤੇਰਾ ਮੂੰਹ ਦੇਖਣ ਨਾ ਘੁੰਡ ਚੁੱਕ ਕੇ ਤੂੰ ਅੱਖਾਂ ਮੀਟ ਲਈ, ਉਹਨਾਂ ਵੱਲ ਨਾ ਦੇਖੀ ਪਹਿਲਾਂ ਮੰਗੂ। ਅੱਛਾ, ਮੈਂ ਹੌਲੀ ਜੀ ਕਿਹਾ। ਦੋ ਤਿੰਨ ਆਂਢਣਾ ਗੁਆਂਢਣਾ ਇਕੱਠੀਆਂ ਹੋ ਕੇ ਮੈਨੂੰ ਵੇਖਣ ਆਈਆਂ, ਪਰ ਆਈ ਵਾਰੀ ਜਦੋਂ ਵੀ ਕੋਈ ਤੀਵੀਂ ਮੇਰਾ ਘੁੰਡ ਚੱਕਦੀ ਅਚਾਨਕ ਮੇਰੀ ਨਿਗਾਹ ਉਸ ਨਾਲ ਟਕਰਾ ਜਾਂਦੀ। ਐਸਾ ਸਿਰਫ ਇੱਕੋ ਵਾਰੀ ਹੋ ਸਕਿਆ, ਜੈਸਾ ਕਿ ਮੈਨੂੰ ਨੈਣ ਨੇ ਕਿਹਾ ਸੀ, ਤੇ ਜਦੋਂ ਵੀ ਕੋਈ ਤੀਵੀਂ ਮੂੰਹ ਦੇਖੇ ਤੂੰ ਅੱਖਾਂ ਮੀਟ ਲਈ। ਸੱਚਮੁੱਚ ਬੜੀ ਯਾਦ ਤੇ ਕੋਸ਼ਿਸ਼ ਨਾਲ ਮੈਂ ਆਪਣੀ ਜਠਾਣੀ ਦੀ ਸਹੇਲੀ ਰਾਜ ਦੇ ਮੂੰਹ ਦੇਖਣ ਸਮੇਂ ਆਪਣੀਆਂ ਅੱਖਾਂ ਘੁੱਟ ਕੇ ਮੀਟੀ ਰੱਖੀਆਂ। ਉਹਨੇ ਮੇਰੀ ਠੋਡੀ ਫੜ ਕੇ ਮੇਰਾ ਮੂੰਹ ਉੱਤੇ ਨੂੰ ਵੀ ਕਰਤਾ, ਪਰ ਮੈਂ ਅੱਖਾਂ ਨਾ ਖੋਲੀਆਂ। ਨਹੀਂ ਬਚਨੀ, ਇਹ ਤੇਰੀ ਦਰਾਣੀ ਤਾਂ ਬੜੀ ਤੇਜ਼ ਹੈ, ਮੂੰਹ ਹੀ ਨਹੀਂ ਸੀ ਦਿਖਾਉਂਦੀ। ਰਾਜ ਨੇ ਮੇਰੀ ਸ਼ਿਕਾਇਤ ਜੀ ਕੀਤੀ, ਪਰ ਸੱਸ ਨੇ ਮੂਹਰੋਂ ਗੱਲ ਸਾਂਭ ਲਈ, ਅਜੇ ਨਿਆਣੀ ਹੈ, ਸਕੂਲ ਪੜ੍ਹਦੀ ਨੂੰ ਤਾਂ ਵਿਆਹ ਲਿਆ ਹੈ, ਇਹਨੂੰ ਕੀ ਪਤਾ ਸਹੁਰਾ ਘਰ ਕਿਵੇਂ ਹੁੰਦਾ ਹੈ। ਤੇ ਜਦੋਂ ਸਾਰੀਆਂ ਤੀਵੀਆਂ ਮੂੰਹ ਦੇਖ ਕੇ ਚਲੀਆਂ ਗਈਆਂ ਤੇ ਮੇਰੇ ਪਤੀ ਦਾ ਬਹੁਤ ਜੀਅ ਕਰੇ ਮੇਰਾ ਮੂੰਹ ਦੇਖਣ ਨੂੰ, ਉਹ ਆਨੀ ਬਹਾਨੀ ਕਈ ਵਾਰ ਸਾਡੇ ਕਮਰੇ 'ਚ ਆਏ, ਪਰ ਨੈਣ ਨੇ ਉਹਨਾਂ ਨੂੰ ਮੇਰੇ ਕੋਲ ਲੰਘਣ ਵੀ ਨਾ ਦਿੱਤਾ। ਬੜਾ ਗੁੱਸਾ ਚੜਿਆ। ਉਹਨਾਂ ਨੇ ਵੱਡੇ ਭਰਾ ਕੋਲ ਰੋਸ ਪ੍ਰਗਟ ਕੀਤਾ ਕਿ ਚੰਗਾ ਮੇਰਾ ਵਿਆਹ ਕੀਤਾ। ਮੈਂ ਆਪਣੀ ਵਹੁਟੀ ਦੀ ਸ਼ਕਲ ਤੱਕ ਨਹੀਂ ਦੇਖ ਸਕਿਆ, ਜੋ ਕਿ ਆਂਢੀ ਗੁਆਂਢੀ ਵੀ ਦੇਖ ਗਏ, ਤੇ ਮੇਰੇ ਜੇਠ ਨੇ ਸਮਝਾਇਆ ਕਿ ਆਪਣੇ ਵੱਲ ਐਵੇਂ ਹੀ ਰਿਵਾਜ ਹੈ, ਮੁੰਡਾ ਉਦੋਂ ਤੱਕ ਬਹੂ ਦਾ ਮੂੰਹ ਨਹੀਂ ਦੇਖਦਾ ਜਦੋਂ ਤੱਕ ਉਹ ਮੁਕਲਾਵਾ ਨਹੀਂ ਲੈ ਆਉਂਦਾ। ਮੈਨੂੰ ਨਹੀਂ ਪਤਾ ਮੁਕਲਾਵੇ ਦਾ, ਇਸ ਨੈਣ ਨੂੰ ਭਾਬੀ ਨਾਲ ਬਿਰਲਾ ਮੰਦਿਰ ਵੇਖਣ ਭੇਜ ਦਿਓ। ਚੰਗਾ, ਕਰਦਾ ਕੋਸ਼ਿਸ਼। ਉਹਨੇ ਰਸੋਈ 'ਚ ਜਾ ਕੇ ਮੇਰੀ ਜਠਾਣੀ ਨੂੰ ਸਾਰੀ ਗੱਲ ਸਮਝਾਈ ਕਿ ਨੈਣ ਨੂੰ ਬਿਰਲਾ ਮੰਦਿਰ ਦੇਖਣ ਲਈ ਰਾਜੀ ਕਰ ਲੈ। ਬਹੂ ਕੋਲ ਮਾਂ ਤੇ ਭੂਆ ਹਨ ਤੇ ਸਾਧੂ ਸਿੰਘ ਸਿਰਫ ਬਹੂ ਨੂੰ ਦੇਖਣਾ ਚਾਹੁੰਦਾ ਹੈ। ਅੱਛਾ, ਕਰਦੀ ਹਾਂ ਗੱਲ ਅੰਦਰ ਜਾ ਕੇ। ਮੇਰੀ ਜਠਾਣੀ ਸਾਡੇ ਕੋਲ ਆਈ। ਉਹਨੇ ਬੜੇ ਬਹਾਨੇ ਨਾਲ ਨੈਣ ਨੂੰ ਸਮਝਾਇਆ, ਤੁਸੀਂ ਕਿਹੜਾ ਦਿੱਲੀ ਰੋਜ਼ ਆਉਣਾ, ਚਲੋ ਤੁਹਾਨੂੰ ਸੈਰ ਕਰਵਾ ਲਿਆਉਂਦੇ ਹਾਂ, ਘੰਟੇ ਤੱਕ ਮੁੜ ਆਵਾਂਗੀਆਂ। ਪਰ ਨੈਣ ਤੀਹੋ ਕਾਲ ਭੋਰਾ ਨਾ ਮੰਨੀ, ਨਾ ਮੈਂ ਤਾਂ ਕੁੜੀ ਨੂੰ ਇੱਕ ਬਿੰਦਲੀ ਵੀ ਇਕੱਲੀ ਨਹੀਂ ਛੱਡ ਕੇ ਜਾਂਦੀ। ਜੇ ਤੁਸੀਂ ਮੈਨੂੰ ਸੈਲ ਕਰਾਉਣੀ ਹੈ ਤਾਂ ਆਪਾਂ ਇਹਨੂੰ ਵੀ ਨਾਲ ਹੀ ਲੈ ਚੱਲਦੇ ਹਾਂ, ਇਹਨੇ ਤਾਂ ਹੁਣ ਇੱਥੇ ਹੀ ਰਹਿਣਾ ਸਾਰੀ ਉਮਰ, ਤੁਸੀਂ ਚੱਲੋ ਮੇਰੇ ਨਾਲ। ਪਰ ਨਾ ਨੈਣ ਪ੍ਰਸਿੰਨੀ ਨਾ ਹੀ ਮੰਨੀ। ਮੇਰੇ ਪਤੀ ਨੂੰ ਹੁਣ ਨੈਣ ਜਿਵੇਂ ਵਿਊ ਵਰਗੀ ਲੱਗ ਰਹੀ ਸੀ ਤੇ ਉਹਨਾਂ ਦੇ ਅੰਦਰ ਮੇਰਾ ਮੂੰਹ ਦੇਖਣ ਲਈ ਜਿਵੇਂ ਲੂਰੀਆਂ ਉੱਠ ਰਹੀਆਂ ਸੀ। ਚੰਗਾ, ਦੇਖਦਾ ਭਲਾ ਕਦੋਂ ਤੱਕ ਇਹ ਨੈਣ ਇਸ ਤਰ੍ਹਾਂ ਪਹਿਰਾ ਲਾਈ ਰੱਖੇਗੀ। ਗੱਡੀ ਵਿੱਚ ਵੀ ਇਹ 1 ਮਿੰਟ ਲਈ ਬਚਿੰਤ ਤੋਂ ਪਰੇ ਨਹੀਂ ਹੋਈ। ਪਰ ਕਦੋਂ ਤੱਕ? ਆਖਰ ਗੁਸਲਖਾਨੇ 'ਚ ਤਾਂ ਜਾਊਗੀ ਨਾ ਸਵੇਰ ਨੂੰ, ਤੇ ਭਾਬੀ ਤੂੰ ਉਸ ਵੇਲੇ ਮੈਨੂੰ ਮੂੰਹ ਦਿਖਾ ਦੇ। ਮੇਰੇ ਪਤੀ ਨੇ ਅੰਦਰੋਂ ਅੰਦਰੀ ਆਪਣੀ ਭਾਬੀ ਨਾਲ ਗੱਲ ਪੱਕੀ ਕਰ ਲਈ। ਰਾਤ ਨੂੰ ਰੋਟੀ ਖਾਣ ਪਿੱਛੋਂ ਬਹੁਤ ਚਿਰ ਤੱਕ ਦੂਜੇ ਵੱਡੇ ਕਮਰੇ 'ਚ ਬੈਠਾ ਸਾਰਾ ਟੱਬਰ ਬਰਾਤ ਦੀ ਆਓ ਭਗਤ ਬਾਰੇ ਵਿਆਹ ਦੀਆਂ ਗੱਲਾਂ ਕਰਦਾ ਰਿਹਾ, ਤੇ ਇੱਧਰ ਛੋਟੇ ਕਮਰੇ 'ਚ ਮੈਂ ਤੇ ਨੈਣ ਆਪਣੇ ਆਪਣੇ ਮੰਜੇ ਤੇ ਜਾਗਦੀਆਂ ਪਈਆਂ ਸੀ। ਅਸੀਂ ਦੋਵੇਂ ਕੋਠਿਆਂ ਉੱਤੇ ਖੁੱਲ੍ਹੀ ਸਾਫ਼ ਹਵਾ 'ਚ ਸੌਣ ਵਾਲੀਆਂ, ਭਲਾ ਇਸ ਬੰਦ ਕਮਰੇ 'ਚ ਪੱਖੇ ਥੱਲੇ ਕਿਵੇਂ ਸੌਂ ਸਕੀਏ। ਕਦੇ ਮੈਨੂੰ ਪਾਣੀ ਦੀ ਪਿਆਸ ਲੱਗੇ,
ਕਦੇ ਮੇਰਾ ਜੀ ਕਰੇ ਮੈਂ ਭੱਜ ਕੇ ਬਾਹਰ ਬਰਾਂਡੇ 'ਚ ਮੰਜਾ ਢਾ ਕੇ ਸੌਂ ਰਾਂ, ਪਰ ਕੋਲ ਪਈ ਨੈਣ ਤਾਂ ਮੈਨੂੰ ਕਿੰਨਾ ਹੀ ਕੁਝ ਘੰਟੇ ਬੱਧੀ ਸਮਝਾਉਂਦੀ ਗਈ ਸੀ। ਦੇਖ ਬਚੰਤ ਪੁੱਤ, ਤੈਂ ਕਿਸੇ ਨਾਲ ਵੀ ਕੋਈ ਗੱਲ ਨਹੀਂ ਕਰਨੀ, ਨਾ ਕਿਤੇ ਬਾਹਰ ਪ੍ਰਾਹੁਣੇ ਨਾਲ ਜਾਣਾ, ਭਾਵੇਂ ਤੇਰੀ ਸੱਸ ਜਾਂ ਜਠਾਣੀ ਲੱਖ ਕਹਿੰਦੀਆਂ ਰਹਿਣ। ਇਹ ਸ਼ਹਿਰੀ ਲੋਕ ਨੇ, ਆਪਾਂ ਤਾਂ ਪਿੰਡਾਂ ਦੇ ਸਿੱਧੇ ਸਾਦੇ ਆ। ਵਿਆਹੁਲੇ ਫੇਰੇ ਤੈਂ ਜ਼ੁਬਾਨ ਤੋਂ ਆਵਾਜ਼ ਨਹੀਂ ਕੱਢਣੀ, ਜੋ ਕਹਿੰਦੇ ਨੇ ਬਸ ਸੁਣੀ ਜਾਓ ਇਹਨਾਂ ਦੀਆਂ। ਤੈਨੂੰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਜੋ ਵੀ ਗੱਲ ਕਰਨੀ ਹੋਵੇ ਤੂੰ ਮੈਨੂੰ ਆਖ, ਮੈਂ ਆਪੇ ਅਗਲੀਆਂ ਨਾਲ ਗੱਲ ਕਰੂੰਗੀ। ਨੈਣ ਪਤਾ ਨਹੀਂ ਕਿੰਨੇ ਚਿਰ ਤੱਕ ਮੈਨੂੰ ਸਮਝਾਉਂਦੀ ਰਹੀ, ਪਰ ਮੈਨੂੰ ਤਾਂ ਸਾਰੇ ਦਿਨ ਦੇ ਥਕੇਵੇਂ ਕਾਰਨ ਝੱਟ ਨੀਂਦ ਨਹੀਂ ਆ ਕੇ ਰਿਹਾ। ਅਗਲੀ ਸਵੇਰ ਨੂੰ ਹੱਥ ਧੁਆ ਕੇ ਨਵਾਂ ਨਕੋਰ ਦੂਜਾ ਸੂਟ ਮੈਨੂੰ ਪਹਿਨਾ ਦਿੱਤਾ ਤੇ ਸੋਹਣੀ ਸੁਰਖੀ ਬਿੰਦੀ ਲਾ ਕੇ ਮੇਰੀ ਜਠਾਣੀ ਨੇ ਮੈਨੂੰ ਸ਼ਿੰਗਾਰ ਦਿੱਤਾ। ਸ਼ਾਇਦ ਅੱਜ ਫੇਰ ਆਂਢਣਾ ਗੁਆਂਢਣਾ ਨੇ ਮੈਨੂੰ ਵੇਖਣ ਆਉਣਾ ਸੀ। ਨੈਣ ਨੇ ਬਥੇਰਾ ਕਿਹਾ, ਕੁੜੀ ਹੱਥ ਕੰਗਣਾ ਬੰਨਿਆ ਹੋਇਆ, ਇਹਨੂੰ ਕੰਗਣਾ ਖਡਾਓ, ਪਰ ਸਾਡੇ ਮੁੰਡੇ ਹੱਥ ਕੰਗਣਾ ਨਹੀਂ ਨਾ ਬੰਨਿਆ ਹੋਇਆ। ਇਹ ਮੇਰੀ ਜਠਾਣੀ ਦੇ ਬੋਲ ਸੀ। ਤਾਂ ਫਿਰ ਛਟੀਆਂ ਖਡਾਉਣ ਦਾ ਸ਼ਗਨ ਹੀ ਕਰ ਲਓ, ਪ੍ਰਸਿੰਨੀ ਨੈਣ ਨੇ ਮੇਰੀ ਸੱਸ ਨੂੰ ਕਿਹਾ। ਨਾ ਨਾ, ਇੱਥੇ ਦਿੱਲੀ ਸ਼ਹਿਰ 'ਚ ਕਿਹੜਾ ਖੇਡਦਾ ਛਟੀਆਂ, ਇਹ ਸਭ ਤਾਂ ਪਿੰਡਾਂ 'ਚ ਹੀ ਹੁੰਦਾ, ਇੱਥੇ ਨਹੀਂ ਚੰਗਾ ਲੱਗਦਾ ਇਹ ਸਭ। ਤਾਂ ਇੱਥੇ ਵਿਆਹ ਦੀ ਕੋਈ ਰਸਮ ਨਹੀਂ ਕਰਨੀ, ਤੁਸੀਂ ਬਸ ਹੁਣ ਹੋਰ ਰਸਮ ਕਾਹਦੀ ਰਹਿ ਗਈ, ਜਦੋਂ ਵਿਆਹ ਹੀ ਹੋ ਗਿਆ, ਬਸ ਹੋ ਗਈਆਂ ਸਭ ਰਸਮਾਂ। ਤੇਰਾ ਜੋ ਕੁਝ ਬਣਦਾ ਸਰਦਾ ਤੈਨੂੰ ਦੇ ਦਾਂਗੇ। ਮੇਰੀ ਜਠਾਣੀ ਥੋੜੀ ਤੇਜ਼ ਔਰਤ ਸੀ, ਪਰ ਤੁਸੀਂ ਕਿਸੇ ਵੱਡੇ ਵਡੇਰੇ ਨੂੰ, ਹੋਰ ਨਹੀਂ ਤਾਂ ਕੁੜੀ ਨੂੰ ਕਿਸੇ ਗੁਰਦੁਆਰੇ ਮੱਥਾ ਹੀ ਟਿਕਾ ਲਿਆਓ। ਨੈਣ ਨੂੰ ਵਿਆਹ ਦਾ ਇੰਨਾ ਰੁੱਖਾ ਵਾਤਾਵਰਨ ਜਿਵੇਂ ਬਹੁਤ ਹੀ ਅਜੀਬ ਲੱਗ ਰਿਹਾ ਸੀ। ਸ਼ਹਿਰ ਤੇ ਪਿੰਡਾਂ ਦੇ ਵਿਆਹ ਕਾਰਜਾਂ ਦੀ ਗੱਲ ਹੀ ਅਲੱਗ ਹੁੰਦੀ ਹੈ। ਕਿੱਥੇ ਸੋਹਣਾ ਸ਼ਹਿਰ ਪਟਿਆਲਾ, ਕਿੱਥੇ ਸੜੀ ਦਿੱਲੀ। ਇਹ ਘਰ ਤਾਂ ਮੈਨੂੰ ਵੀ ਵਿਆਹ ਵਾਲਾ ਘਰ ਨਹੀਂ ਸੀ ਲੱਗ ਰਿਹਾ, ਨਾ ਕੋਈ ਮੇਲੀ, ਨਾ ਕੋਈ ਹੋਰ ਭੈਣ ਭਾਈ, ਬਸ ਘਰ ਦੇ 5-7 ਜੀ ਸੀ, ਉਹੀ ਦਿਖਦੇ ਸੀ। ਇਹ ਚੰਗਾ ਦਿੱਲੀ ਦਾ ਵਿਆਹ ਸੀ, ਇਸ ਨਾਲ ਤਾਂ ਸਾਡੇ ਪਿੰਡ ਹੀ 100 ਗੁਣਾ ਚੰਗੇ ਸੀ, ਜਿੱਥੇ ਸਾਰੇ ਆਂਢੀ ਗੁਆਂਢੀ ਭੈਣ ਭਾਈ ਰਿਸ਼ਤੇਦਾਰ ਇਕੱਠੇ ਹੋ ਕੇ ਵਿਆਹ ਦਾ ਰੰਗ ਬੰਨ੍ਹ ਦਿੰਦੇ ਸੀ। ਤੇ ਇਹ ਤਾਂ ਜਿਵੇਂ ਵਿਆਹ ਵਾਲਾ ਘਰ ਲੱਗਦਾ ਹੀ ਨਹੀਂ ਸੀ, ਨਾ ਕੋਈ ਮੇਲ ਨਾ ਗੇਲ। ਬਸ ਦੂਜੇ ਦਿਨ ਵੀ ਟਾਵੀਂ ਕੱਦ ਤੀਵੀਂ ਵੇਖਣ ਆਈ ਸੀ ਮੈਨੂੰ। ਤੀਜੀ ਸਵੇਰ ਅਸੀਂ ਪਟਿਆਲੇ ਨੂੰ ਮੁੜ ਜਾਣਾ ਸੀ। ਸਵੇਰੇ ਤੜਕੇ 6 ਵਜੇ ਗੱਡੀ ਦਿੱਲੀ ਤੋਂ ਚੱਲਦੀ ਸੀ ਤੇ 2-3 ਵਜੇ ਪਟਿਆਲੇ ਪਹੁੰਚ ਜਾਂਦੀ ਸੀ। ਸੋ ਤੀਜੇ ਦਿਨ ਮੇਰੇ ਪਤੀ ਸਮੇਤ ਅਸੀਂ ਪਟਿਆਲੇ ਲਈ ਚੱਲ ਪਏ। ਇੰਨਾ ਵੱਡਾ ਸਟੇਸ਼ਨ, ਪੁਰਾਣੀ ਦਿੱਲੀ ਦਾ, ਬੰਦਾ ਗੁੰਮ ਜੇ ਤਾਂ ਉਹੀ ਨਾ ਥਿਆਵੇ। ਇੱਕ ਮੇਰੀ ਨੈਣ ਵਿਚਾਰੀ ਪੇਂਡੂ ਅਨਪੜ੍ਹ, ਦੂਜੀ ਮੈਂ, ਉਹਦੇ ਨਾਲ ਇਆਣੀ ਕੁੜੀ, ਪੈਰਾਂ 'ਚ ਚਾਂਦੀ ਦੀਆਂ ਵੱਡੀਆਂ ਪੰਜੇਬਾਂ ਨਾਲ ਛਣ ਕਰਦੀ ਤੁਰਦੀ ਪਲੇਟਫਾਰਮ ਉੱਤੇ, ਜਿਵੇਂ ਹਰ ਇੱਕ ਨੂੰ ਆਪਣੇ ਵੱਲ ਦੇਖਣ ਲਈ ਕਹਿ ਰਹੀ ਹੋਵਾਂ। ਉੱਤੋਂ ਗਿੱਠ ਭਰ ਘੁੰਡ ਕੱਢਿਆ ਹੋਇਆ। ਅੱਜ ਜਦੋਂ ਮੈਂ ਕਿਸੇ ਨਵੀਂ ਵਿਆਹੀ ਬਿਹਾਰਨ ਜਾਂ ਪੂਰਬਣੀ ਨੂੰ ਸੜਕ ਤੇ ਗਹਿਣੇ ਪਾਈ ਤੁਰਦੀ ਵੇਖਦੀ ਹਾਂ ਤਾਂ ਮੈਨੂੰ ਆਪਣਾ ਬੀਤਿਆ ਸਮਾਂ ਯਾਦ ਆ ਜਾਂਦਾ ਹੈ, ਜਦੋਂ ਵਿਆਹਲੀ ਆਈ ਨੂੰ ਨਾ ਮੈਨੂੰ ਪਹਿਨਣ ਦਾ ਚੱਜ ਸੀ, ਨਾ ਸੜਕ ਉੱਤੇ ਤੁਰਨ ਦਾ ਪਤਾ। ਮੈਨੂੰ ਯਾਦ ਹੈ ਸ਼ਨੀਲ ਦੇ ਸੂਟ ਵਾਲੀ ਘਟਨਾ। ਇੱਥੇ ਇੱਕ ਘਟਨਾ ਐਵੇਂ ਮੈਨੂੰ ਮੱਲੋ ਮੱਲੀ ਲਿਖਣ ਲਈ ਮਜਬੂਰ ਕਰ ਰਹੀ ਹੈ। ਗੱਲ ਮੇਰੇ ਵਿਆਹ ਪਿੱਛੋਂ ਪਹਿਲੀਆਂ ਤੀਆਂ ਦੇ ਸਾਉਣ ਮਹੀਨੇ ਦੀ ਹੈ। ਮੈਂ ਪਹਿਲੀਆਂ ਤੀਆਂ ਨੂੰ ਦਿੱਲੀ ਸੀ। ਸੰਧਾਰੇ ਦਾ ਰਿਵਾਜ ਉਦੋਂ ਤੱਕ ਅਜੇ ਸਾਡੇ ਘਰਾਂ 'ਚ ਚੱਲ ਰਿਹਾ ਸੀ। ਸੰਧਾਰੇ ਲਈ ਪਟਿਆਲਿਓਂ ਮਨੀ ਆਰਡਰ ਰਾਹੀਂ ਪੈਸੇ ਆਏ ਤੇ ਇਹਦੇ ਨਾਲ ਹੀ ਮੇਰੇ ਸਹੁਰਾ ਸਾਹਿਬ ਨੇ ਆਪਣੇ ਕੋਲੋਂ ਕੁਝ ਹੋਰ ਰੁਪਏ ਦੇ ਕੇ ਮੈਨੂੰ ਤੇ ਮੇਰੀ ਜਠਾਣੀ ਸਾਹਿਬਾਂ ਨੂੰ ਕਰੋਲ ਬਾਗ ਜਾ ਕੇ ਚੂੜੀਆਂ ਚੜਾਉਣ ਲਈ ਕਿਹਾ। ਚੂੜੀਆਂ, ਸੁਰਖੀ ਬਿੰਦੀ ਤੇ ਹੋਰ ਪਤਾ ਨਹੀਂ ਕੀ ਤੇ ਸਹੁਰਾ ਸਾਹਿਬ ਦੀ ਮੋਹ ਤੇ ਪਿਆਰ ਭਰੀ ਗੱਲ ਸੁਣ ਕੇ ਮੇਰੀ ਤਾਂ ਜਿਵੇਂ ਭੁੰਜੇ ਅੱਡੀ ਨਾ ਟਿਕੇ। ਸ਼ਾਮੀ ਜਾ ਕੇ ਕਿਤੇ ਅਸੀਂ ਕਰੋਲ ਬਾਗ ਜਾਣਾ ਸੀ ਤੇ ਉਦੋਂ ਰਹਿੰਦੇ ਅਸੀਂ ਦੇਵਨਗਰੀ ਹੁੰਦੇ ਸੀ, ਸਰਕਾਰੀ ਡਬਲ ਸਟੋਰੀ ਕੁਆਟਰ ਵਿੱਚ। ਸੋ ਦੇਵਨਗਰ ਤੋਂ ਕਰੋਲ ਬਾਗ ਮਸਾਂ ਬੱਸ ਵਿੱਚ 5-7 ਮਿੰਟ ਦਾ ਰਸਤਾ ਹੀ ਹੋਏਗਾ, ਪਰ ਮੈਨੂੰ ਤਾਂਗੇ 'ਚ ਚੜ੍ਹਨਾ ਬਹੁਤ ਚੰਗਾ ਲੱਗਦਾ ਸੀ। ਸੋ ਮੈਂ ਕਰੋਲ ਬਾਗ ਚੂੜੀਆਂ ਚੜਾਉਣ ਜਾਣ ਲਈ 2 ਵਜੇ ਤੋਂ ਹੀ ਤਿਆਰ ਹੋਣਾ ਸ਼ੁਰੂ ਕਰ ਦਿੱਤਾ ਤੇ ਸੋਚਿਆ ਮੈਂ ਭੈਣ ਜੀ ਨੂੰ ਤਾਂਗੇ 'ਚ ਜਾਣ ਲਈ ਕਹੂੰਗੀ। ਸੋ ਮੇਰੀ ਜਠਾਣੀ ਅਜੇ ਦੂਜੇ ਛੋਟੇ ਕਮਰੇ 'ਚ ਦੁਪਹਿਰ ਵੇਲੇ ਬੱਚਿਆਂ ਨੂੰ ਨਾਲ ਲੈ ਕੇ ਸੁੱਤੀ ਹੋਈ ਸੀ, ਪਰ ਮੈਂ ਇੱਧਰ ਵੱਡੇ ਕਮਰੇ 'ਚ ਹੌਲੀ ਆਪਣੇ ਟਰੰਕ 'ਚੋਂ ਕਦੇ ਸਾਟਨ ਦਾ ਸੂਟ ਕੱਢਾਂ, ਕਦੇ ਕਰੇਪ ਦਾ। ਮੈਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਰੋਲ ਬਾਗ ਜਾਣ ਵਾਸਤੇ ਮੈਨੂੰ ਸਭ ਤੋਂ ਸੋਹਣਾ ਸੂਟ ਕਿਹੜਾ ਸੂਟ ਲੱਗੇਗਾ। ਆਖਰ ਮੈਂ ਮਹਿੰਦੀ ਰੰਗਾ ਸਲਮੇ ਸਤਾਰੇ ਵਾਲੇ ਸ਼ਨੀਲ ਦਾ ਸੂਟ ਛਾਂਟ ਲਿਆ, ਨਾਲ ਹੀ ਪਿਓਰ ਜਾਰਜੈਟ ਦੀ ਸੂਟ ਨਾਲ ਦੀ ਸਿਲਮੇ ਨਾਲ ਕਢਾਈ ਕੀਤੀ ਚੁੰਨੀ ਵੀ। ਡਰੈਸਿੰਗ ਟੇਬਲ ਉਹਨੀ ਦਿਨੀ ਸਾਡੇ ਘਰ ਨਹੀਂ ਸੀ ਹੁੰਦਾ, ਬਸ ਕੰਧ ਨਾਲ ਲੱਗੇ ਸ਼ੀਸ਼ੇ ਅੱਗੇ ਖੜੀ ਮੈਂ ਬਾਰ-ਬਾਰ ਆਪਣੇ ਸ਼ਨੀਲ ਦੇ ਸੂਟ ਨੂੰ ਪਹਿਨ ਕੇ ਦੇਖਦੀ ਖੁਸ਼ੀ 'ਚ ਫੁੱਲੀ ਨਹੀਂ ਸੀ ਸਮਾ ਰਹੀ। ਤੇ ਗਾੜੀ ਸੁਰਖੀ ਬਿੰਦੀ ਲਾਉਣ ਪਿੱਛੋਂ ਮੈਂ ਕਜਲੇ ਦੀ ਲੰਬੀ ਧਾਰ ਵੀ ਆਪਣੇ ਨੈਣਾਂ 'ਚ ਸਜਾ ਲਈ। ਵਾਲ ਮੇਰੇ ਉਦੋਂ ਵੀ ਗੱਜ ਲੰਬੇ ਤੇ ਘਣੇ ਹੀ ਸੀ ਤੇ ਕਾਲੇ ਸਿਆ। ਉਦੋਂ ਮੈਂ ਆਪਣੇ ਵਾਲਾਂ ਨੂੰ ਬੜੇ ਫੈਸ਼ਨੇਬਲ ਤਰੀਕੇ ਨਾਲ ਫੁੱਲ ਝੜੀਆਂ ਕੱਢ ਕੇ ਗੁੱਤ ਬਣਾਉਂਦੀ ਹੁੰਦੀ ਸੀ ਤੇ ਮੈਂ ਵਾਲਾਂ ਵਿੱਚ ਵੀ ਦੋਹੀਂ ਪਾਸੇ ਹਰੇ ਰੰਗ ਦੇ ਕਲਿੱਪ ਲਗਾ ਲਏ।
ਮੇਰੀ ਜਠਾਣੀ ਅਜੇ ਵੀ 2 ਬੱਚਿਆਂ ਨੂੰ ਨਾਲ ਲਈ ਸੁੱਤੀ ਪਈ ਸੀ ਤੇ ਮੇਰੀ ਸੱਸ ਨੇ ਮੈਨੂੰ ਇਹ ਸਭ ਸ਼ਿੰਗਾਰ ਕਰਦਿਆਂ 2 ਵਾਰੀ ਦੇਖਿਆ ਸੀ, ਪਰ ਉਹਨੇ ਮੈਨੂੰ ਕਿਹਾ ਕੁਝ ਨਹੀਂ। ਭੈਣ ਜੀ, ਜਠਾਣੀ ਦੇ ਜਾਗਣ ਤੋਂ ਪਹਿਲਾਂ ਮੈਂ ਹਰੇ ਰੰਗ ਦੀਆਂ ਜੁਰਾਬਾਂ ਤੇ ਕਈ ਬੱਧਰੀਆਂ ਵਾਲੇ ਉੱਚੀ ਅੱਡੀ ਦੇ ਹਰੇ ਰੰਗ ਦੇ ਸੈਂਡਲ ਪਹਿਨ ਬਿਲਕੁਲ ਤਿਆਰ ਹੋ ਕੇ ਬੈਠ ਗਈ। ਹੁਣ ਮੈਂ ਬਾਰ-ਬਾਰ ਭੈਣ ਜੀ ਦੇ ਕਮਰੇ 'ਚ ਚੱਕਰ ਕੱਟਣ ਲੱਗੀ, ਉਹ ਜਾਗੇ ਤਾਂ ਹੀ ਤਾਂ ਅਸੀਂ ਕਰੋਲ ਬਾਗ ਜਾਈਏ। ਆਖਿਰ ਮੇਰੀ ਮਾਂ ਜੀ ਨੇ ਮੇਰੇ ਵੱਲ ਵੇਖਦਿਆਂ ਭੈਣ ਜੀ ਨੂੰ ਜਗਾਇਆ ਤੇ ਉਹ ਫਟਾਫਟ ਤਿਆਰ ਹੋ ਗਈ। ਮੈਨੂੰ ਯਾਦ ਹੈ ਉਹਨੇ ਉਸ ਵੇਲੇ ਹਲਕੇ ਜਿਹੇ ਰੰਗ ਦੀ ਬੂਟੀਦਾਰ ਸਾੜੀ ਬੰਨੀ ਸੀ, ਪਰ ਮੈਨੂੰ ਇਉਂ ਜਾਪ ਰਿਹਾ ਸੀ ਕਿ ਮੈਂ ਉਹ ਤੋਂ ਬਹੁਤ ਸੋਹਣੀ ਲੱਗ ਰਹੀ ਹਾਂ। ਹੱਥਾਂ 'ਚ ਵੱਡਾ ਸਾਰਾ ਪਰਸ ਫੜ ਜਦੋਂ ਮੈਂ ਭੈਣ ਜੀ ਦੇ ਪਿੱਛੇ ਕਰੋਲ ਬਾਗ ਜਾਣ ਲਈ ਪੌੜੀਆਂ ਉਤਰ ਰਹੀ ਸੀ ਤਾਂ ਅੱਗੋਂ ਮੇਰੇ ਭਾਈ ਸਾਹਿਬ ਜੇਠ ਦਫ਼ਤਰੋਂ ਆਉਂਦੇ ਸਾਨੂੰ ਹੇਠਾਂ ਹੀ ਟੱਕਰ ਪਏ। ਸਾਨੂੰ ਦੇਖ ਕੇ ਉਹਨਾਂ ਨੇ ਸਾਈਕਲ ਥਾਂ ਹੀ ਰੋਕ ਲਿਆ ਤੇ ਮੇਰੀ ਜਠਾਣੀ ਨੂੰ ਵਾਪਸ ਮੁੜ ਉੱਪਰ ਕਮਰੇ 'ਚ ਆਉਣ ਲਈ ਕਿਹਾ। ਉਹਦੇ ਪਿੱਛੇ ਮੈਂ ਵੀ ਉੱਪਰ ਮੁੜ ਆਈ। ਉਹ ਦੋਵੇਂ ਛੋਟੇ ਕਮਰੇ ਅੰਦਰ ਲੰਘ ਗਏ ਤੇ ਮੈਂ ਮਾਂ ਜੀ ਕੋਲ ਵੱਡੇ ਕਮਰੇ 'ਚ ਆ ਗਈ। ਅਜੇ ਮਾਂ ਜੀ ਸਾਡੇ ਵਾਸਤੇ ਮੁੜ ਆਉਣ ਬਾਰੇ ਮੈਨੂੰ ਪੁੱਛਣ ਹੀ ਲੱਗੀ ਸੀ ਕਿ ਦੂਜੇ ਕਮਰੇ 'ਚ ਉੱਚੀਆਂ ਆਵਾਜ਼ਾਂ ਸਾਨੂੰ ਦੋਹਾਂ ਨੂੰ ਸੁਣਾਈ ਦੇਣ ਲੱਗੀਆਂ। ਬਚਨੀ, 7 ਸਾਲ ਹੋ ਗਏ ਤੈਨੂੰ ਦਿੱਲੀ 'ਚ ਰਹਿੰਦੇ, ਹੁਣ ਤੂੰ ਪਿੰਡ 'ਚ ਤਾਂ ਨਹੀਂ ਰਹਿੰਦੀ? ਹੋਇਆ ਕੀ ਜੀ? ਮੇਰਾ ਸਿਰ ਹੋਇਆ, ਤੈਨੂੰ ਨਹੀਂ ਦਿਸਦਾ? ਮੈਂ ਕੁਝ ਸਮਝੀ ਨਹੀਂ। ਮੈਂ ਪੁੱਛਦਾ, ਇਸ ਸੜੀ ਗਰਮੀ 'ਚ ਸ਼ਨੀਲ ਦਾ ਸੂਟ ਪਾਉਣ ਲਈ ਕਿਹਨੇ ਕਿਹਾ ਹੈ ਬਚਿੰਤ ਨੂੰ? ਉੱਤੋਂ ਹਰੀਆਂ ਜੁਰਾਬਾਂ, ਹਰੇ ਸੈਂਡਲ, ਇਹ ਕੀ ਜਲੂਸ ਕੱਢਿਆ ਤੁਸੀਂ? ਤੁਹਾਨੂੰ ਅਜੇ ਤੱਕ ਇਹ ਵੀ ਪਤਾ ਨਹੀਂ ਲੱਗਿਆ ਕਿਸ ਮੌਸਮ 'ਚ ਕਿਸ ਕਿਸਮ ਦੇ ਤੇ ਕਿਹੜੇ ਰੰਗ ਦੇ ਕੱਪੜੇ ਪਹਿਨਣੇ ਹੁੰਦੇ ਨੇ? ਉਤਰਵਾ ਉਹਦੀਆਂ ਜੁਰਾਬਾਂ ਤੇ ਬਦਲਵਾ ਉਹਦਾ ਸੂਟ। ਇਹ ਸਭ ਸੁਣ ਦੂਜੇ ਕਮਰੇ 'ਚ ਮੈਂ ਤੇ ਮੇਰੀ ਮਾਂ ਜੀ ਸੱਸ ਜਿਵੇਂ ਦੋਵੇਂ ਨਿੰਮੋ ਝੂਣੀਆਂ ਜਿਹੀਆਂ ਹੋ ਕੇ ਰਹਿ ਗਈਆਂ ਤੇ ਮੇਰਾ ਤਾਂ ਉਸ ਵੇਲੇ ਰੋਣ ਜਿਹਾ ਨਿਕਲ ਗਿਆ। ਇਹ ਤਾਂ ਵਿਆਹ ਤੋਂ ਬਹੁਤ ਪਿੱਛੋਂ ਦੀ ਗੱਲ ਹੈ, ਅਜੇ ਤਾਂ ਮੈਂ ਵਿਆਹ ਤੋਂ ਮੁੜਦੇ ਫੇਰੇ ਦੀ ਗੱਲ ਕਰ ਰਹੀ ਸੀ। ਖੈਰ, ਸ਼ਾਮੀ 4 ਵਜੇ ਅਸੀਂ ਪਟਿਆਲੇ ਘਰ ਪਹੁੰਚ ਗਏ। ਮੈਂ ਤਾਂਗੇ 'ਚ ਉਤਰਦਿਆਂ ਸਾਰ ਛਾਲ ਮਾਰਦੀ ਭੱਜ ਕੇ ਆਪਣੇ ਘਰ ਦੇ ਅੰਦਰ ਪਹੁੰਚ ਗਈ, ਜਿਵੇਂ ਮੈਂ ਕਿਸੇ ਜੇਲ੍ਹ ਖਾਨੇ 'ਚੋਂ ਛੁੱਟੀ ਹੋਵਾਂ। ਬੇਬੇ ਮੂੰਹ ਜੁਠਾਉਣ ਲਈ ਅਜੇ ਲੱਡੂ ਥਾਲੀ 'ਚ ਪਾਉਣ ਲਈ ਥਾਲੀ ਢੂੰਡ ਰਹੀ ਸੀ। ਚਾਹ ਪਾਣੀ ਪੀਣ ਪਿੱਛੋਂ ਘਰ ਦਾ ਇੱਕ ਜੀਅ ਮੈਨੂੰ ਤੇ ਮੇਰੀ ਨੈਣ ਨੂੰ ਮੇਰੇ ਸਹੁਰੇ ਘਰ ਬਾਰੇ ਪੁੱਛ ਰਿਹਾ ਸੀ। ਦਿੱਲੀ ਸ਼ਹਿਰ ਬਾਰੇ ਕਿੰਨਾ ਹੀ ਕੁਝ ਮੈਂ ਤੇ ਕਿੰਨਾ ਹੀ ਕੁਝ ਮੇਰੀ ਨੈਣ, ਅਸੀਂ ਦੋਵੇਂ ਅਜੀਬੋ-ਗਰੀਬ ਘਰਦਿਆਂ ਨੂੰ ਦੱਸ ਰਹੀਆਂ ਸੀ। ਦਿੱਲੀ ਸ਼ਹਿਰ ਦਾ ਬਹੁਤ ਵੱਡਾ ਸਟੇਸ਼ਨ, ਸੜਕਾਂ ਉੱਤੇ ਕੀੜੀਆਂ ਵਾਂਗ ਬੰਦਿਆਂ ਦੀ ਭੀੜ ਤੇ ਮੇਰਾ ਸਹੁਰਾ ਘਰ ਤੇ ਸਭ ਤੋਂ ਅਨੋਖੀ ਗੱਲ, ਘਰ ਦੀਆਂ ਟੱਟੀਆਂ ਜੋ ਬਹੁਤ ਹੀ ਨਵੀਂ ਕਿਸਮ ਦੀਆਂ ਸਨ। ਪਰਸੀਨੀ ਭੈਣ ਨੂੰ ਤਾਂ ਪਹਿਲਾਂ ਪਤਾ ਹੀ ਨਾ ਚੱਲਿਆ ਕਿ ਟੱਟੀਆਂ ਹਨ ਜਾਂ ਫਿਰ ਵੱਡੇ ਵਡੇਰਿਆਂ ਦੇ ਪੂਜਣ ਵਾਲੀ ਥਾਂ। ਪਹਿਲੀ ਵਾਰੀ ਤਾਂ ਉਹ ਅੰਦਰ ਵੜ ਕੇ ਉਵੇਂ ਹੀ ਬਾਹਰ ਨਿਕਲ ਆਈ ਸੀ। ਫਿਰ ਬਾਹਰ ਆ ਕੇ ਉਹਨੇ ਦੁਬਾਰਾ ਮੇਰੀ ਜਠਾਣੀ ਨੂੰ ਪੁੱਛਿਆ ਸੀ ਕਿ ਤੁਹਾਡੀਆਂ ਟੱਟੀਆਂ ਕਿੱਥੇ ਹੈ? ਤੇ ਵਿਚਾਰੀ ਖੇਤਾਂ 'ਚ ਜੰਗਲ ਪਾਣੀ ਜਾਣ ਵਾਲੀ ਤੀਵੀਂ ਇੱਥੇ ਦਿੱਲੀ 'ਚ ਪਹਿਲੀ ਵਾਰੀ ਉਹਨੇ ਫਲੱਸ਼ ਸਿਸਟਮ ਦੇਖਿਆ ਸੀ। ਤੇ ਮੇਰੇ ਤਾਏ ਦਾ ਪੁੱਤ ਪ੍ਰੀਤਮ ਸਿੰਘ ਜੋ ਮੈਨੂੰ ਮੁੜਦੇ ਫੇਰੇ ਲੈਣ ਗਿਆ ਸੀ, ਬਹੁਤ ਕੁਝ ਮੇਰੇ ਸਹੁਰੇ ਘਰ ਬਾਰੇ ਮੇਰੀ ਬੇਬੇ ਜੀ ਨੂੰ ਦੱਸ ਖੁਸ਼ ਹੋ ਰਿਹਾ ਸੀ। ਉਹਦੀਆਂ ਗੱਲਾਂ ਸੁਣ ਬੇਬੇ ਦੇ ਚਿਹਰੇ ਉਤਲੀ ਰੌਣਕ ਵੱਧਦੀ ਜਾ ਰਹੀ ਸੀ। ਧੰਨਵਾਦ।